लड़ाई कॉरपोरेट के खिलाफ है और कॉरपोरेट की वो तस्वीर तुहानूं दिखाउने आ ਜਿਹੜੇ महल उसारे जाते हैं साडियां वट्टां दे उत्ते पैर धर के किसान दे हक मार के आम बंदे दे हक मार के। एक सौ 168 कारां दी पार्किंग, एयर ट्रैफिक कंट्रोल, हैलीपैड्स, बॉल रूम, 9 हाई स्पीड एलीवेटर्स, 50 सीट थिएटर, टेरेस गार्डन्स, स्विमिंग पूल, स्पा, हैल्थ सेंटर, एक मंदिर, स्नो रूम जिहदे चों स्नो आउंदी है, जिवें तुहानूं जानवा कोई महसूस करने वास्ते स्विट्जरलैंड जाना नहीं पैंदा। कि पौने 9 महीनों तो 38 हफ्तियां तो 267 दिनों तो 408 घंटिया तो 3,84,480 मिनटां तो 23 करोड़ 68,800 सकिंटां तो किसान दिल्ली दीआं बरूहां ते 26 नवंबर 2020 ਦਾ बैठा है। ਸਿਆਲਾਂ ਦੇ ਉਹ ਦਿਨ ਜਦੋਂ ਟਰਾਲੀਆਂ 'ਚ ਰਾਤਾਂ ਕੱਟੀਆਂ ਔਰ ਗਰਮੀਆਂ ਦੇ ਉਹ ਦਿਨ ਜਦੋਂ ਆਪਣੀਆਂ ਝੋਪੜੀਆਂ ਪਾ ਕੇ ਰਾਤਾਂ ਕੱਟੀਆਂ। ਕਿਸੇ ਨੂੰ ਪੀਜ਼ਿਆਂ ਤੋਂ ਪ੍ਰੋਬਲਮ ਹੋਈ, ਕਿਸੇ ਨੂੰ ਇਹ ਦਿੱਕਤ ਹੋਈ ਕਿ ਕਿਸਾਨ ਏਸੀਆਂ 'ਚ ਕਿਉਂ ਸੌਂਦਾ ਹੈ। ਉੱਚਾ ਉਸਾਰਿਆ ਹੋਇਆ ਇਹ ਮਹਿਲਨੁਮਾ ਘਰ, ਸਕਾਈ ਸਕੈਪਰ ਜਿਹੜੀ ਇਹ ਬਿਲਡਿੰਗ ਹੈ, ਇਹ ਕਿਸਾਨਾਂ ਦੇ ਆਮ ਬੰਦਿਆਂ ਦੇ ਹੱਕਾਂ ਨੂੰ ਮਾਰ ਕੇ ਜਦੋਂ ਉਸਾਰੀ ਗਈ ਤਾਂ ਇਹਦੀ ਚਰਚਾ ਜ਼ਮੀਰਾਂ ਵਾਲਿਆਂ ਨੇ ਕੀਤੀ, ਰੌਲਾ ਦਿੱਲੀ ਤੱਕ ਪਹੁੰਚਿਆ, ਬਹੁਤ ਕੁਝ ਹੋਇਆ, ਪਰ ਅੱਜ ਵੀ ਡਟੇ ਹੋਏ ਨੇ ਕਿਸਾਨ। ਸਤਿ ਸ਼੍ਰੀ ਅਕਾਲ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਤੁਸੀਂ ਔਨ 에ਅਰ ਦੇਖ ਰਹੇ ਹੋ। ਅਸੀਂ ਇਸ ਵੇਲੇ ਦੇਸ਼ ਦੀ ਫਾਈਨੈਂਸ਼ੀਅਲ ਕੈਪੀਟਲ ਮੁੰਬਈ ਦੇ ਵਿੱਚ ਮੌਜੂਦ ਹਾਂ ਔਰ ਮੇਰੇ ਪਿੱਛੇ ਦੂਰ ਥੋੜੀ ਜੀ ਤਸਵੀਰ ਜਿਹੜੀ ਦਿਖਾਵਾਂਗੇ, ਉਹ ਤਸਵੀਰ ਕਿਸਾਨ ਅੰਦੋਲਨ ਦੇ ਨਾਲ ਸਿੱਧੇ ਤੌਰ ਤੇ ਤਾਂ ਭਾਵੇਂ ਸੰਬੰਧ ਨਹੀਂ ਰੱਖਦੀ, ਪਰ ਅਸਿੱਧੇ ਤੌਰ ਤੇ ਜ਼ਰੂਰ ਸੰਬੰਧ ਰੱਖਦੀ ਹੈ। ਉੱਚਾ ਉਸਾਰਿਆ ਹੋਇਆ ਇਹ ਮਹਿਲਨੁਮਾ ਘਰ, ਸਕਾਈ ਸਕੈਪਰ ਜਿਹੜੀ ਇਹ ਬਿਲਡਿੰਗ ਹੈ, ਇਹ ਕਿਸਾਨਾਂ ਦੇ ਆਮ ਬੰਦਿਆਂ ਦੇ ਹੱਕਾਂ ਨੂੰ ਮਾਰ ਕੇ ਜਦੋਂ ਉਸਾਰੀ ਗਈ ਤਾਂ ਇਹਦੀ ਚਰਚਾ ਜ਼ਮੀਰਾਂ ਵਾਲਿਆਂ ਨੇ ਕੀਤੀ, ਰੌਲਾ ਦਿੱਲੀ ਤੱਕ ਪਹੁੰਚਿਆ। ਟਰੈਕਟਰਾਂ ਤੇ ਟਰਾਲੀਆਂ ਦੇ ਕਾਫਲੇ ਬੈਰੀਗੇਟਾਂ ਨੂੰ ਤੋੜਦੇ, ਜ਼ਮੀਨਾਂ ਪੱਟ ਦਿੱਤੀਆਂ ਗਈਆਂ, ਕਿੱਲਾਂ ਲਾ ਦਿੱਤੀਆਂ ਗਈਆਂ, ਬਹੁਤ ਕੁਝ ਹੋਇਆ, ਪਰ ਅੱਜ ਵੀ ਡਟੇ ਹੋਏ ਨੇ ਕਿਸਾਨ। दरअसल ये तस्वीर जिहड़ी है, ये बिल्डिंग जिहड़ी है, देश के सब तो अमीर आदमी मुकेश अंबानी का घर है। दुनिया का सब तो महंगे घरां चों एक यह घर, पर दस दिए कि पौने 9 महीनों तो 38 हफ्तियां तो 267 दिनों तो 408 घंटिया तो 3,84,480 मिनटां तो 23 करोड़ 68,800 ਸਕਿੰਟਾਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ 26 ਨਵੰਬਰ 2020 ਦਾ ਬੈਠਾ ਹੈ। 400 ਤੋਂ ਵੱਧ ਮੌਤਾਂ ਹੋਈਆਂ, ਕਿਸਾਨ ਸ਼ਹੀਦ ਹੋਏ, ਇਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੈ। ਦਰਅਸਲ ਕਾਰਪੋਰੇਟ ਕਲਚਰ ਜਦੋਂ ਵੱਧਦਾ ਹੈ ਤਾਂ ਉਹ ਇਹ ਨਹੀਂ ਦੇਖਦਾ ਕਿ ਹੇਠਾਂ ਜਿਸ ਤੋਂ ਕੰਮ ਲੈ ਰਿਹਾ ਹੈ ਉਹਨਾਂ ਕਾਮਿਆਂ ਦੇ ਘਰ ਦੇ ਹਾਲਾਤ ਕੀ ਨੇ, ਦੇਸ਼ ਦਾ ਆਮ ਬੰਦਾ ਕੀ ਸੋਚਦਾ ਹੈ, ਉਹਦਾ ਰਹਿਣ ਸਹਿਣ ਕਿਵੇਂ ਹੈ। ਇਸ ਗੱਲ ਦਾ ਫਰਕ ਐਂਟੀਲੀਆ ਨੂੰ ਨਹੀਂ ਪੈਂਦਾ। ਇਹ ਐਂਟੀਲੀਆ ਮੁਕੇਸ਼ ਅੰਬਾਨੀ ਦਾ ਘਰ ਹੈ। ਦੱਸਿਆ ਜਾਂਦਾ ਹੈ ਕਿ 2 ਚੌਪਰ ਨੇ ਜਿਹੜੇ 2 ਹੈਲੀਪੈਡ ਬਣਾਏ ਨੇ, ਉਹ ਚੌਪਰ ਖੜੇ ਕਰਨ ਵਾਸਤੇ ਇੱਥੇ। ਇਹ ਅਮੀਰਾਂ ਦੀ ਬਸਤੀ ਦਾ ਸਭ ਤੋਂ ਵੱਡਾ ਤੇ ਅਮੀਰ ਘਰ, देश के आम लोगों के
ਘਰਾਂ ਚੋਂ ਪਾਈ ਚੂਸ ਕੇ ਫਿਰ ਬਣਦੇ ਨੇ ਐਸੇ ਘਰ। ਤਕਰੀਬਨ 173 ਮੀਟਰ ਉੱਚੇ ਇਸ ਘਰ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੋਣਾ ਹੈ ਕਿ ਦਿੱਲੀ 'ਚ ਬੈਠਾ ਕਿਸਾਨ ਇਸ ਦੇ ਖਿਲਾਫ ਨਹੀਂ ਹੈ, ਨੀਤੀਆਂ ਦੇ ਖਿਲਾਫ ਹੈ ਜੋ ਸੱਤਾਧਾਰੀ ਧਿਰਾਂ ਦੇ ਨਾਲ ਰਲ ਕੇ ਬਣਾਈਆਂ ਜਾਂਦੀਆਂ ਤੇ ਫਿਰ ਸਿਰਜੇ ਜਾਂਦੇ ਹੈ 173 ਮੀਟਰ ਉੱਚੇ ਇਹ ਮਹਿਲ। ਤਕਰੀਬਨ 4 ਲੱਖ ਸਕੁਅਰ ਫੀਟ ਦਾ ਇਹ ਮਕਾਨ, ਜਿਸ ਨੂੰ ਮਕਾਨ ਸਾਡੇ ਮੂੰਹੋਂ ਤਾਂ ਮਕਾਨ ਨਿਕਲਦਾ ਕਿਉਂਕਿ ਅਸੀਂ ਮਕਾਨਾਂ ਵਾਲੇ ਹਾਂ। ਇਹ ਬਿਲਡਿੰਗ 168 ਕਾਰਾਂ ਦੀ ਪਾਰਕਿੰਗ, 에ਅਰ ਟ੍ਰੈਫਿਕ ਕੰਟਰੋਲ, ਹੈਲੀਪੈਡਸ, ਬਾਲਰੂਮ, 9 ਹਾਈ ਸਪੀਡ ਐਲੀਵੇਟਰਸ, 50 ਸੀਟ ਥੀਏਟਰ, ਟੈਰੇਸ ਗਾਰਡਨਸ, ਸਵਿਮਿੰਗ ਪੂਲ, ਸਪਾ, ਹੈਲਥ ਸੈਂਟਰ, ਇੱਕ ਮੰਦਰ, ਸਨੋ ਰੂਮ ਜਿਹਦੇ ਚੋਂ ਸਨੋ ਆਉਂਦੀ ਹੈ, ਜਿਵੇਂ ਤੁਹਾਨੂੰ ਕੋਈ ਮਹਿਸੂਸ ਕਰਨ ਵਾਸਤੇ ਸਵਿਟਜ਼ਰਲੈਂਡ ਜਾਣਾ ਨਹੀਂ ਪੈਂਦਾ। ਔਰ ਦੁਨੀਆ ਦਾ ਸਭ ਤੋਂ ਉੱਚਾ ਇਹ ਪ੍ਰਾਈਵੇਟ ਘਰ ਐਂਟੀਲੀਆ ਅੰਬਾਨੀ ਦਾ ਘਰ ਹੈ। ਇਹ ਕਿਉਂ ਦਿਖਾ ਰਹੇ ਹਾਂ? ਕਿਉਂਕਿ ਦਰਅਸਲ ਇਹ ਘਰ ਸਿਰਜਣ ਵਾਸਤੇ ਕਿਸਾਨਾਂ ਦੇ ਹੱਕਾਂ ਨੂੰ ਖੋਇਆ ਗਿਆ, ਆਮ ਵਿਅਕਤੀ ਦੇ ਹੱਕਾਂ ਨੂੰ ਖੋਇਆ ਗਿਆ। ਗੱਲ ਜ਼ਮੀਨਾਂ ਤੱਕ ਆਈ, ਜ਼ਮੀਰਾਂ ਵਾਲੇ ਉੱਠੇ ਤੇ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚ ਗਏ। ਇੱਕ ਸਟੇਟਮੈਂਟ ਕਿਸਾਨਾਂ ਦੇ ਹੱਕ ਵਿੱਚ ਨਾ ਤਾਂ ਕਾਰਪੋਰੇਟਸ ਦੀ ਆਈ, ਨਾ ਦੇਸ਼ ਦੇ ਪ੍ਰਧਾਨ ਮੰਤਰੀ ਦੀ ਆਈ ਤੇ ਨਾ ਹੀ ਸੱਤਾ ਧਿਰ ਦੀ ਆਈ। ਕਿਹਾ ਗਿਆ ਕਿ ਕਾਨੂੰਨ ਹੱਕ ਦੇ ਨੇ, ਕਾਨੂੰਨ ਕਾਲੇ ਨਹੀਂ ਹੈਗੇ। ਪਰ ਲੜਾਈ ਲੜ ਰਿਹਾ ਕਿਸਾਨ, ਜਿਸ ਨੂੰ ਕਦੇ ਖਾਲਿਸਤਾਨੀ ਅੱਤਵਾਦੀ ਕਿਹਾ ਗਿਆ, ਉਹ ਅੱਜ ਵੀ ਜ਼ਮੀਨ ਤੇ ਬੈਠਾ ਹੈ। ਨੀਂਦ ਬਹੁਤ ਸੋਹਣੀ ਆਉਂਦੀ ਹੈ ਉਸਨੂੰ, ਭਾਵੇਂ ਦਿੱਲੀ ਦੇ ਮੀਂਹਾਂ 'ਚ, ਦਿੱਲੀ ਦੀ ਠੰਡ ਤੇ ਚਾਹੇ ਦਿੱਲੀ ਦੀ ਗਰਮੀ ਦੇ ਵਿੱਚ ਉਹ ਆਪਣੀਆਂ ਕੁੱਲੀਆਂ ਤੇ ਝੌਂਪੜੀਆਂ ਪਾ ਕੇ ਬੈਠਾ ਹੋਵੇ। ਸਿਆਲਾਂ ਦੇ ਉਹ ਦਿਨ ਜਦੋਂ ਟਰਾਲੀਆਂ 'ਚ ਰਾਤਾਂ ਕੱਟੀਆਂ, ਔਰ ਗਰਮੀਆਂ ਦੇ ਉਹ ਦਿਨ ਜਦੋਂ ਆਪਣੀਆਂ ਝੌਂਪੜੀਆਂ ਪਾ ਕੇ ਰਾਤਾਂ ਕੱਟੀਆਂ। ਕਿਸੇ ਨੂੰ ਪੀਜ਼ਿਆਂ ਤੋਂ ਪ੍ਰੋਬਲਮ ਹੋਈ, ਕਿਸੇ ਨੂੰ ਇਹ ਦਿੱਕਤ ਹੋਈ ਕਿ ਕਿਸਾਨ ਏਸੀਆਂ 'ਚ ਕਿਉਂ ਸੌਂਦਾ ਹੈ, ਕਿਸੇ ਨੂੰ ਇਹ ਦਿੱਕਤ ਹੋਈ ਕਿ ਕਿਸਾਨ ਕੋਲੇ ਮਹਿੰਗਾ ਟਰੈਕਟਰ ਕਿਉਂ ਹੈ। ਪਰ ਸਵਾਲ ਕਿਸੇ ਨੇ ਇਹ ਨਹੀਂ ਕੀਤਾ ਕਿ ਦਰਅਸਲ ਦੂਰ ਸਾਹਮਣੇ ਸਾਡੇ ਜਿਹੜੀ ਉਹ ਬਣੀ ਬਿਲਡਿੰਗ ਹੈ, ਉਹ ਬਿਲਡਿੰਗਾਂ ਕਿਵੇਂ ਬਣਦੀਆਂ ਨੇ। ਕਿਸੇ ਨੇ ਇਹ ਵੀ ਸਵਾਲ ਨਹੀਂ ਕੀਤਾ ਕਿ ਇਹਨਾਂ ਬਿਲਡਿੰਗਾਂ ਨੂੰ ਬਣਾਉਣ ਖਾਤਰ ਕਿੰਨੇ ਹਜ਼ਾਰਾਂ ਸੈਂਕੜੇ ਭਾਰਤੀ ਆਪਣੀ ਪਾਈ ਦਾ ਹਿੱਸਾ ਸਿੱਧੇ ਤਰੀਕੇ ਜਾਂ ਸਿੱਧੇ ਤਰੀਕੇ ਦੇ ਨਾਲ ਹਰ ਰੋਜ਼ ਇਹਨਾਂ ਨੂੰ ਦੇ ਰਹੇ ਹੈ। ਭਾਵੇਂ ਕਿਸੇ ਵੀ ਸੈਕਟਰ ਦੀ ਗੱਲ ਹੋਵੇ, ਪਹਿਲਾਂ ਲੁਭਾਇਆ ਜਾਂਦਾ ਹੈ, ਫਿਰ ਕਾਰਪੋਰੇਟ ਵੱਲੋਂ ਖੂੰਜ ਲਿਆ ਜਾਂਦਾ ਹੈ ਔਰ ਆਖਰਕਾਰ ਬਣਦੀਆਂ ਨੇ ਬਿਲਡਿੰਗਾਂ। ਭਾਵੇਂ ਆਪਣੀ ਧੀ ਨੂੰ 450-500 ਕਰੋੜ ਦਾ ਘਰ ਦਾਜ 'ਚ ਦੇਣਾ ਹੋਵੇ, ਭਾਵੇਂ ਐਸੇ ਘਰ ਬਣਾਏ ਹੋਣ। ਦੇਸ਼ ਦਾ ਕਿਸਾਨ ਕਾਰਪੋਰੇਟ ਜਾਂ ਕਾਰਪੋਰੇਟ ਦੇ ਖਿਲਾਫ, ਕਲਚਰ ਦੇ ਖਿਲਾਫ ਨਹੀਂ ਹੈ, ਲੇਕਿਨ ਉਹਦੀਆਂ ਪਾਲਿਸੀਆਂ, ਉਹਦੀਆਂ ਨੀਤੀਆਂ ਦੇ ਖਿਲਾਫ ਹੈ ਜੋ ਉਹਦੀਆਂ ਜ਼ਮੀਨਾਂ ਖੋ ਰਹੀ ਹੈ, ਉਹਦੇ ਹੱਕ ਖੋ ਰਹੀ ਹੈ। ਸੱਤਾ ਧਿਰ ਪ੍ਰਾਈਵੇਟ ਕਾਰਪੋਰੇਟ ਸੈਕਟਰ ਦੇ ਨਾਲ ਜਦੋਂ ਰਲਦੀ ਹੈ ਤਾਂ ਨਤੀਜੇ ਘਾਤਕ ਹੁੰਦੇ ਨੇ। ਬਿਲਡਿੰਗਾਂ ਤੇ ਇਮਾਰਤਾਂ ਉੱਚੀਆਂ ਹੋ ਜਾਂਦੀਆਂ, ਕਿਸਾਨ ਤੇ ਆਮ ਬੰਦਾ ਸੜਕਾਂ ਤੇ ਆ ਜਾਂਦਾ ਹੈ, ਮਹਿੰਗਾਈ ਵੱਧ ਜਾਂਦੀ ਹੈ, ਕਮਾਈ ਘਟ ਜਾਂਦੀ ਹੈ, ਸਾਧਨ ਰਹਿੰਦੇ ਨਹੀਂ, ਫਾਹੇ ਲੈਂਦਾ, ਮਰਦਾ ਹੈ ਤੇ ਹਰ ਪਲ 1-1 ਰੁਪਏ ਨੂੰ ਤਰਸਦਾ ਹੈ। ਪਰ ਸ਼ਾਇਦ ਪਿੱਛੇ ਜੋ ਬਣੀ ਹੈ ਬਿਲਡਿੰਗ ਹੈ, ਇੱਕ ਸਿੰਬਲ ਹੈ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ, ਦੇਸ਼ ਦੀ ਫਾਈਨੈਂਸ਼ੀਅਲ ਕੈਪੀਟਲ ਦੀ ਇੱਕ ਤਰਾਸਦੀ ਦਾ, ਕਿ ਦਰਅਸਲ ਦੇਸ਼ ਦੇ ਬਾਕੀ ਹਿੱਸੇ, ਵੱਡੇ ਹਿੱਸੇ ਦੇ ਉੱਤੇ ਧੌਣ ਤੇ ਪੈਰ ਰੱਖ ਕੇ ਤੁਸੀਂ ਉਹਨਾਂ ਨੂੰ ਮਿੱਧ ਕੇ, ਕੀੜੇ ਸਮਝ ਕੇ ਇਹ ਉੱਚੇ ਮਕਾਨ ਖੜੇ ਕੀਤੇ ਨੇ। ਪਰ ਫਿਰ ਵੀ ਜ਼ਮੀਰ ਵਾਲੇ ਲੜਾਈਆਂ ਲੜ ਰਹੇ ਹੈ ਤੇ ਲੜਦੇ ਰਹਿਣਗੇ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ ਆਉਂਦੇ